गुर गोबिंद गोपाल गुर गुरपूरन नारायण गुरदयाल समरथ गुर गुर नानक पतत उदाहरण है। चौवर छतर तखत दे मालक साहिब श्री गुरु ग्रंथ साहिब जी की पवित्र हजूरी विच सुभायमान गुरु स्वरूप गुरु प्यारी खालसा साध संगत जी फतेह प्रवान करो। वाहिगुरू जी का खालसा वाहिगुरू जी की फतेह। धन धन श्री गुरु हरकृष्ण साहिब सच्चे पातशाह जी के पवित्र अस्थान गुरुद्वारा श्री बंगला साहिब विखे आप सरबत संगतां हाजरीन हो। बड़ी सहजता दे नाल सिंह साहिब ज्ञानी रणजीत सिंह हुणा ने आप संगत नूं तुरकी बाणी दा फुरमान सरवण करवाया है। धन धन श्री गुरु तेग बहादुर साहिब सच्चे पातशाह जी दे 400 साला प्रकाश दिहाड़े नूं समर्पित तिन्हां दी पवित्र बाणी दी विचार जो आप संगतां सरवण करदे हो, आओ उस अगमी बाणी दे नाल जुड़ के समय नूं जीवन नूं सफला करन दा जतन करिए। सतनाम श्री वाहिगुरू साहिब जी। जतन बहुत मैं कर रहियो मिट्यो ना मन को माना। दुरमत स्यों नानक फंदियो राख लिहो भगवान। गुरु साहिब सच्चे पातशाह गुरु तेग बहादुर जी इत्थे माण बाबत अहंकार बाबत घमंड बाबत पातशाह उपदेश करते ने। जितने भी शुभ गुण ने सब नूं गालण वाला हंकार है, ते जिथे हंकार है उत्थे परमात्मा नहीं टिक सकता, ते जिथे परमात्मा तो दूरी है उत्थे संसार है, आवागमन है, रोग सोग ने, जूना ने। सो इंसान दे जीवन की बेड़ी नूं डोबण वाला हंकार दा ही शेक है और इस नूं मिटाउणा बड़ा मुश्किल है। महाराज पातशाह एक इंसान दे अंदर दी हालत बयान करते ने। कहंदे जानदा है भी हंकार नुकसानदायक है, जतन भी करदा है मैं दा त्याग कर दवां, पर यह मुश्किल बड़ा है इसनूं छड्डना। जतन दा भाव है कोशिश करनी, उपाय करने। मान दे कई अर्थ ने। मान दा जिहड़ा मुख भाव हुंदा है, हुंदा आदर करना, सत्कार करना।
ਮਾਣ ਨਿਮਾਣੇ, ਤੂੰ ਧਣੀ ਤੇਰਾ ਪ੍ਰਵਾਸਾ। ਪਰਮਾਤਮਾ ਤੂੰ ਮਾਣ ਨਿਮਾਣਿਆਂ ਨੂੰ ਬਖਸ਼ਣ ਵਾਲਾ ਹੈ। ਜਿਵੇਂ ਭਾਈ ਗੁਰਦਾਸ ਕਹਿੰਦੇ ਨੇ ਨਾ, ਸ਼ਬਦ ਸੁਰਤ ਲਿਵਲੀਨ ਹੋਏ, ਦਰਗਹਿ ਮਾਣ ਨਿਮਾਣਾ ਪਾਏ। ਪਹਿਲਾ ਅਰਥ ਤੇ ਮਾਣ ਦਾ ਹੈ ਅਦਬ ਸਤਿਕਾਰ ਮਿਲਣਾ। ਦੂਸਰਾ ਭਾਵ ਮਾਣ ਦਾ ਹੁੰਦਾ ਹੈ ਤਸਲੀਮ ਕਰ ਲੈਣਾ, ਮੰਨ ਲੈਣਾ। ਪ੍ਰਭ ਕੀ ਆਗਿਆ ਮਾਨ ਸੁਖ ਪਾਇਆ। ਮਾਣ ਦਾ ਮਤਲਬ ਵਿਸ਼ਵਾਸ ਕਰ ਲੈਣਾ, ਸਮਝ ਲੈਣਾ ਵੀ ਹੁੰਦਾ ਹੈ। ਜੋ ਕਛ ਕਰੈ ਸੋਈ ਸੁਖ ਮਾਨ। ਮਨ ਦੀ ਜਗ੍ਹਾ ਤੇ ਵੀ ਮਾਣ ਲਫ਼ਜ਼ ਬਾਣੀ ਵਿੱਚ ਵਰਤਿਆ ਹੈ। ਚਰਨ ਕਮਲ ਸਿਉ ਲਾਗੋ ਮਾਨ, ਵੀ ਤੇਰੇ ਚਰਨਾਂ ਨਾਲ ਮੇਰਾ ਮਨ ਲੱਗਾ ਹੈ। ਮਾਣ ਦਾ ਭਾਵ ਫਕਰ ਵੀ ਹੈ। ਜਿਵੇਂ ਬਾਣੀ ਚਾਹੁੰਦਾ ਹੈ ਨਾ, ਤੂੰ ਮੇਰਾ ਬਹੁ ਮਾਣ ਕਰਤੇ। ਐ ਪਰਮਾਤਮਾ ਸਾਨੂੰ ਤੇਰੇ ਤੇ ਫਕਰ ਹੈ, ਤੇਰੇ ਕਰਕੇ ਹੀ ਸਾਡਾ ਅਦਬ ਹੈ, ਮਾਣ ਹੈ। ਇੱਕ ਜਿਹੜਾ ਮਾਣ ਦਾ ਅਰਥ ਹੈ ਹੰਕਾਰ, ਗਰਬ, ਇੱਥੇ ਗੁਰੂ ਤੇਗ ਬਹਾਦਰ ਸਾਹਿਬ ਉਹਦੇ ਬਾਬਤ ਕਹਿੰਦੇ ਨੇ। ਜਿਵੇਂ ਬਾਣੀ ਚਾਹੁੰਦਾ ਨਾ, ਮਾਨ ਛੋੜ ਗੁਰ ਚਰਣੀ ਲਾਗ। ਮਾਨ ਮੋਹ ਨਾ ਬੁਝਤ ਤ੍ਰਿਸ਼ਨਾ, ਕਾਲ ਗ੍ਰਸ ਸੰਸਾਰ। ਇਹ ਜਿਹੜਾ ਮਾਣ ਹੈ, ਹੰਕਾਰ ਹੈ, ਗਰਬ ਹੈ, ਮਹਾਰਾਜ ਕਹਿੰਦੇ ਨੇ ਇਹ ਕਾਲ ਵਸ ਪਾਉਣ ਵਾਲਾ ਹੈ, ਜੂਨਾ ਵਿੱਚ ਪਾਉਣ ਵਾਲਾ ਹੈ, 84 ਲੱਖ ਦੇ ਗੇੜ ਵਿੱਚ ਪਾਉਣ ਵਾਲਾ ਹੈ, ਦੁੱਖਾਂ ਵਿੱਚ ਪਾਉਣ ਵਾਲਾ ਹੈ। ਹੰਕਾਰ, ਮਾਣ ਇਹ ਰੱਬ ਤੋਂ ਦੂਰ ਕਰਨ ਵਾਲੇ ਵੱਡੇ ਔਗਣ ਨੇ। ਦੇਖੋ, ਇੱਕੋ ਹੀ ਕਰਤਾ ਅਕਾਲ ਪੁਰਖ ਹੈ, ਤੇ ਜਿਹੜਾ ਵੀ ਉਹਦੇ ਤੁਲ ਕਰਤਾ ਬਣਨ ਦੀ ਕੋਸ਼ਿਸ਼ ਕਰਦਾ ਹੈ, ਉਸ ਨੂੰ ਇਹ ਪਾਉਂਦਾ ਨਹੀਂ ਹੈ, ਉਹਨੂੰ ਸ਼ਰੀਕ ਨਹੀਂ ਪਾਉਂਦਾ। ਸਭ ਉਹਦੇ ਅਧੀਨ ਨੇ। ਸ਼ਰੀਕ ਤੇ ਆਮ ਇਨਸਾਨ ਨੂੰ ਹੀ ਨਹੀਂ ਪਾਉਂਦੇ। ਕੋਈ ਵੀ ਤੁਹਾਡੇ ਤਲ ਤੇ ਗੱਲ ਕਰੇ, ਮੈਂ ਤੁਹਾਡੇ ਬਰਾਬਰ ਹਾਂ, ਆਪਾਂ ਬੁਰਾ ਮਨਾਉਂਦੇ ਹਾਂ, ਆਪਣੇ ਆਪ ਨੂੰ ਸਭ ਤੋਂ ਉੱਚਾ ਸਮਝਦੇ ਹਾਂ। ਤੇ ਰੱਬ ਨੂੰ ਸ਼ਰੀਕ ਕਿਵੇਂ ਪਾਵੇਗਾ? ਤੇ ਵੈਸੇ ਕੋਈ ਹੈ ਵੀ ਨਹੀਂ ਉਹਦੇ ਤੁਲ। ਸੋ ਜਿਹੜਾ ਮਾਣ ਹੈ, ਹੰਕਾਰ ਹੈ, ਮੈਂ ਕਰਦਾ ਹੈ, ਮੈਂ ਕਰਤਾ ਹੈ, ਮੈਂ ਇਹ ਕੀਤਾ, ਮੈਂ ਉਹ ਕੀਤਾ ਹੈ, ਕਹਿੰਦੇ ਪਰਮਾਤਮਾ ਤੋਂ ਦੂਰੀ ਪੈਦਾ ਕਰਦਾ ਹੈ। ਇੱਥੋਂ ਤੱਕ ਤੁਸੀਂ ਸ਼ੁਭ ਗੁਣਾਂ ਦਾ ਵੀ ਹੰਕਾਰ ਕਰ ਲਵੋ ਨਾ, ਇਹ ਵੀ ਵੱਡਾ ਗੁਨਾਹ ਹੈ। ਮੈਂ ਸੇਵਾ ਕਰਦਾ ਹਾਂ, ਮੈਂ ਗਿਆਨੀ ਬੜਾ ਹੈ, ਮੈਂ ਵਿਦਵਾਨ ਬੜਾ ਹੈ, ਮੈਂ ਤਪੱਸਿਆ ਬੜੀ ਕੀਤੀ ਹੈ, ਮੈਂ ਤੁਰੀ ਅਵਸਥਾ ਵਿੱਚ ਹਾਂ। ਕਬੀਰ ਜੀ ਕਹਿੰਦੇ ਨੇ, ਇੱਕ ਨੇ ਮਾਇਆ ਦਿੱਤੀ ਛੱਡ, ਵੱਡਾ ਤਿਆਗ ਸੀ ਇਹ। ਮਾਇਆ ਛੱਡਣੀ ਬੜੀ ਔਖੀ ਹੈ, ਪਰ ਇਹ ਹੰਕਾਰ ਚੁੱਕੀ ਫਿਰਦਾ ਹੈ ਵੀ ਮੈਂ ਮਾਇਆ ਛੱਡੀ ਹੈ। ਕਹਿੰਦੇ ਇਹ ਵੀ ਨਿਜਾਤ ਨਹੀਂ ਹਾਸਲ ਕਰੇਗਾ, ਇਹ ਵੀ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕੇਗਾ। ਕਬੀਰ, ਮਾਇਆ ਤਜੀ ਤਾਂ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨਿਵਰ ਗਲੇ, ਮਾਨ ਸਭੈ ਕਉ ਖਾਏ। ਵੱਡੇ ਵੱਡੇ ਮੁਨੀਜਨ, ਮਹਾਂਪੁਰਸ਼ ਖਵਾਉਣ ਵਾਲੇ, ਘਰ-ਬਾਰ ਜਿਨ੍ਹਾਂ ਮਾਇਆ ਛੱਡ ਦਿੱਤੀ, ਮੈਂ ਨਹੀਂ ਛੱਡ ਸਕੇ। ਮੈਂ ਆ ਗਈ ਵੀ ਮੈਂ ਘਰ ਛੱਡਿਆ, ਮੈਂ ਪਰਿਵਾਰ ਛੱਡਿਆ, ਇਹ ਸਭ ਗ੍ਰਸਤੀ, ਇਹ ਕੀਟ ਨੇ ਮੇਰੇ ਸਨਮੁਖ, ਮੈਂ ਤੇ ਠੋਕਰ ਮਾਰ ਕੇ ਆਇਆ ਇਸ ਗ੍ਰਸਤ ਨੂੰ। ਕਬੀਰ ਜੀ ਕਹਿੰਦੇ ਮਾਣ ਨੇ ਵੱਡੇ ਵੱਡੇ ਮੁਨੀਵਰ ਗਾਲ ਸੁੱਟੇ।
महापुरुष खवाउण वाले गाल सुटे। सो ये माण नूं छड्डना बड़ा औखा है। बड़े बड़े सतपुरुषां दा जीवन इसने गालिया है। जिथे माण है, जिस मन दे भांडे विच अहंकार है, उत्थे रब नहीं टिक सकदा। गज़ल है भाई नंद लाल दी, कहंदे खुद नुमारा बंदगी मंजूर नेस्त ऊ, हमेशा साहिबो मां बंदह एम। कहंदे परमात्मा नूं अगर देखना है तो हंकार छड्ड दिओ। हंकारी बंदा परमात्मा की भगती भी कर लवे, उन्हों भगती मंजूर नहीं हुंदी। हंकार दा किणका जीवन नूं गाल के सुट दिंदा है। कहंदे ओही साहिब है, ओही मालक है, आपां सारे उसदे बंदे हाँ, सेवक हाँ। सेवक बन के रहोगे तो भगती प्रवान है। मालक बनन दी, साहिब बनन दी कोशिश करोगे तो परमात्मा नूं गवा लओगे। सो हंकारी बंदे दी तपस्या, बंदगी, सेवा भी प्रवान नहीं हुंदी। जिहड़ा मैं चुकी फिरदा है भी मैं सेवा कीती, मैं सेवा करदा है, मेरे सिर ते ही गुरुद्वारा चलदा है, लंगर चलदे ने। महाराज पातशाह कहंदे ने अनक तपस्या करे अहंकार, नरक सुरग फिर फिर अवतार। असीं अपने आप च समझदे भी बड़े रब दे गीत गाए, साडी बड़ी जय जयकार है। जिहड़ा ये भावना है ना, मैं गीत गाए, मैं सेवा कीती, मैं तपस्या कीती, गुरु ग्रंथ साहिब कहंदे ये भी जूना तो निजात नहीं दवा सकेगा। नरक सुरग फिर फिर अवतार। कदे नरकां विच, कदे स्वर्गां विच, कदे मात लोक ते आवागमन तो दूर नहीं हो सकता। ही शैल बी रीइनकारनेटेड इनटू हैवन एंड हैल। नरकां स्वर्गां दा वासा हंकारी दे पास है। जब यह जाने मैं किस करता, तब लग गर्भ जोन मह फिरता। जिन्ना चिर मैं करदा है, जिन्ना चिर अहंकार है, महाराज कहंदे उन्ना चिर गर्भ विच गलना ही पवेगा, गर्भ विच आउणा ही पवेगा। इक्को ही तरीका है, परमात्मा दा तरला लिया करिए, पातशाह औगणा तो तू दूर कीता है, चंगे कर्म तू करवा रहा है, सेवा सिमरन तू करवा रहा है। माण ना हो जावे, अहंकार ना आ जावे, किसी शुभ गुण का भी घमंड ना होवे, वो किरपा कर दवे। ते गुरु ग्रंथ साहिब कहंदे प्रभ किरपा ते बंधन टूटा है, गुर प्रसाद नानक हों छूटा है। ये हंकार दा बंधन अकाल पुरख की किरपा नाल ही छुटदा है। और जिहड़ा हंकार तो छुट गया, वो दुखां रोगां सोगां तो छुट जाता है। सो ये जिहड़ी ईगो है, जिहड़ा हंकार है, ये अकाल पुरख की किरपा नाल ही मिटे ते मिटदा है। नहीं तो हर कर्म करदियां मैं साडे अंदर प्रगट हो जाती है भी मैं कीता है। महाराज कहंदे ये खंडे की धार ते चलण वाला रस्ता है, सौखा कर्म नहीं है अहंकार नूं छड्डना। मान मोह मेर तेर विवर्जित, एहो मार्ग खंडे धार, कहो नानक तिन भवजल तरियले, प्रभ किरपा संत संगार। मान छड्डना, पदार्थां दा मोह छड्डना, मेर तेर छड्ड देनी, परमात्मा दे हुक्म विच चलना, तू ही करता है, ये भावना बना लैनी। महाराज कहंदे ये खंडे की धार ते चलण वाला रस्ता है। हुण धार खंडे की तिखी बड़ी है, तिलक सकते हैं।
ਕਦੇ ਵੀ ਹੰਕਾਰ ਆ ਕੇ ਸਾਨੂੰ ਪਕੜ ਸਕਦਾ ਹੈ। ਹੰਕਾਰ ਨੇ ਪਕੜ ਲਿਆ, ਨਿਰੰਕਾਰ ਦੂਰ ਹੋ ਗਿਆ। ਉਹ ਅਕਾਲ ਪੁਰਖ ਹੀ ਕਿਰਪਾ ਕਰੇ ਤੇ ਭਵ ਸਾਗਰ ਤੋਂ ਲੰਘੀਦਾ ਹੈ। ਔਰ ਲੰਘਦਾ ਉਹੀ ਹੈ ਜਿਹਦੇ ਜੀਵਨ ਰੂਪੀ ਬੇੜੇ ਦੇ ਵਿੱਚ ਹੰਕਾਰ ਦਾ ਬੋਝ ਨਹੀਂ ਹੈ। ਹੰਕਾਰ ਹੋਇਆ ਤੇ ਡੁੱਬ ਜਾਵੇਗਾ ਜੀਵਨ ਦਾ ਬੇੜਾ। ਮਹਾਰਾਜ ਕਹਿੰਦੇ ਮਾਨ ਮੋਹ ਮਦ ਸਗਲ ਵਿਆਪੀ, ਕਰ ਕਿਰਪਾ ਆਪ ਨਿਵਾਰੇ। ਕਹੋ ਨਾਨਕ ਭੈ ਸਾਗਰ ਤਰਿਆ, ਪੂਰਨ ਕਾਜ ਹਮਾਰੇ। ਦੁਨੀਆ ਮਾਣ ਮੋਹ 'ਚ ਡੁੱਬੀ ਹੋਈ ਹੈ। ਪਰਮਾਤਮਾ ਦੀ ਕਿਰਪਾ ਹੋਵੇ ਤੇ ਹੰਕਾਰ ਮਿਟਦਾ ਹੈ। ਹੰਕਾਰ ਮਿਟ ਜਾਵੇ ਤੇ ਸੰਸਾਰ ਮਿਟਦਾ ਹੈ। ਭਾਵ ਜੂਨਾਂ ਤੋਂ ਨਿਜਾਤ ਮਿਲਦੀ ਹੈ, ਨਿਰੰਕਾਰ ਮਿਲਦਾ ਹੈ। ਸੋ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਬੜੇ ਯਤਨ ਕੀਤੇ, ਇਨਸਾਨ ਨੇ ਹੰਕਾਰ ਨੂੰ ਮਿਟਾ ਨਾ ਸਕਿਆ, ਮਨ ਦੇ ਮਾਣ ਨੂੰ ਛੱਡ ਨਾ ਸਕਿਆ। ਮੈਂ ਕਰਦਾ ਰਿਹਾ, ਕਦੇ ਵੀ ਅਕਾਲ ਪੁਰਖ ਦਾ ਸ਼ੁਕਰੀਆ ਅਦਾ ਨਾ ਕੀਤਾ ਵੀ ਤੂੰ ਕਰਤਾ ਹੈ। ਹੁਣ ਐਸੀ ਹਾਲਤ ਹੈ ਬੰਦੇ ਦੀ, ਮਹਾਰਾਜ ਬਿਆਨ ਕਰਦੇ ਨੇ ਦੁਰਮਤ ਸਿਉ ਨਾਨਕ ਫੰਦਿਓ, ਰਾਖ ਲਿਹੋ ਭਗਵਾਨ। ਇਉਂ ਹੰਕਾਰ ਵਿੱਚ ਸਾਂ ਤੇ ਤੇਰੇ ਤੋਂ ਦੂਰ ਹੋ ਗਏ। ਦੁਰਮਤ ਉਹ ਮਤ ਜਿਹੜੀ ਅਕਾਲ ਪੁਰਖ ਤੋਂ ਦੂਰ ਲੈ ਜਾਵੇ, ਤੇ ਜਿਹੜਾ ਹੰਕਾਰ ਕਰਦਾ ਹੈ ਉਹ ਅਕਾਲ ਪੁਰਖ ਤੋਂ ਦੂਰ ਹੀ ਜਾਂਦਾ ਹੈ। ਉਹ ਰੱਬ ਦਾ ਸ਼ਰੀਕ ਬਣਦਾ ਹੈ, ਸ਼ਰੀਕ ਉਹਨੂੰ ਭਾਉਂਦੇ ਨਹੀਂ। ਇਨਸਾਨ ਦੀ ਸੱਚਾਈ ਬਿਆਨ ਕਰਦੇ ਨੇ। ਮਹਾਰਾਜ ਕਹਿੰਦੇ ਦੁਰਮਤ ਵਿੱਚ ਫਸਿਆ ਹੈ। ਦੁਰ ਦਾ ਭਾਵ ਹੈ ਖੋਟੀ, ਦੁਰ ਦਾ ਭਾਵ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਾਲੀ ਬੁੱਧੀ, ਜਿਹੜੀ ਅਕਾਲ ਪੁਰਖ ਤੋਂ ਮਤ ਦੂਰ ਲੈ ਜਾਵੇ। ਫੰਦਿਓ ਦਾ ਭਾਵ ਹੈ ਫੰਦੇ ਵਿੱਚ ਪਿਆ, ਫਸਿਆ ਹੋਇਆ ਜਾਲ ਵਿੱਚ। ਗੁਰੂ ਤੋਂ ਅਕਾਲ ਪੁਰਖ ਤੋਂ ਦੂਰ ਲਿਜਾਣ ਵਾਲੀ ਅਹੰਕਾਰੀ ਵਿਕਾਰੀ ਮਤ ਵਿੱਚ ਫਸਿਆ ਹੋਇਆ ਹੈ। ਔਰ ਬੇਨਤੀ ਕਰ, ਐਸੀ ਮਤ ਵਿੱਚ ਫਸੇ ਹੋਏ ਇਨਸਾਨ ਰਾਖ ਲਿਹੋ ਭਗਵਾਨ। ਭਗਵਾਨ ਦਾ ਮਤਲਬ ਹੈ ਜੇ ਇਨਸਾਨ ਦੇ ਉੱਤੇ ਇਸ ਅਰਥ ਨੂੰ ਟਿਕਾਉਣਾ ਹੈ ਜੋ ਭਾਗਾਂ ਵਾਲਾ ਹੈ, ਜਿਹਦੇ ਭਾਗ ਬੜੇ ਸ਼ੁਭ ਨੇ, ਜੋ ਖੁਸ਼ ਨਸੀਬ ਹੈ, ਐਸ਼ਵਰਯ ਵਾਲਾ ਹੈ, ਜਿਹਦੇ ਕੋਲ ਸਭ ਖੁਸ਼ੀਆਂ ਖੇੜੇ ਨੇ। ਇੱਥੇ ਭਗਵਾਨ ਤੋਂ ਭਾਵ ਹੈ ਪਰਮੇਸ਼ਵਰ, ਜੋ ਗਤ ਦਾਤਾ ਹੈ, ਜੋ ਭਰਨ ਵਾਲਾ ਹੈ, ਝੋਲੀਆਂ ਭਰ ਦਿੰਦਾ ਹੈ, ਜਿਹਦੇ ਦਰ ਤੋਂ ਸਭ ਪ੍ਰਾਪਤੀਆਂ ਮਿਲਦੀਆਂ ਨੇ। ਕਰਤਾਰ ਕਰਤਾ ਪਾਰ ਬ੍ਰਹਮ ਪਰਮੇਸ਼ਵਰ ਭਗਵਾਨ ਰਮਣੰ ਸਰਬੱਤਰ ਥਾਨ ਹੈ, ਜਿਹੜਾ ਹਰ ਜ਼ਰੇ 'ਚ ਮੌਜੂਦ ਹੈ। ਇੱਥੇ ਕਿਸੇ ਦੇਵਤੇ ਨੂੰ ਭਗਵਾਨ ਨਹੀਂ ਕਿਹਾ, ਕਿਸੇ ਮਨੁੱਖ ਨੂੰ ਭਗਵਾਨ ਨਹੀਂ ਕਿਹਾ, ਜੋ ਹਰ ਜ਼ਰੇ 'ਚ ਸਮਾਇਆ ਪਰਮਾਤਮਾ ਹੈ। ਉਸ ਅੱਗੇ ਬੇਨਤੀ ਕੀਤੀ ਹੈ ਦੁਰਮਤ ਖੋਟੀ ਮਤ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਤਨੇ ਵੀ ਵਿਕਾਰ ਨੇ, ਐ ਭਗਵਾਨ ਇਹ ਸਾਡੇ ਤੋਂ ਦੂਰ ਕਰ ਲੈ। ਅਸੀਂ ਯਤਨ ਕੀਤੇ ਦੂਰ ਨਹੀਂ ਹੋਏ, ਹੁਣ ਤੂੰ ਕਿਰਪਾ ਕਰ ਦੁਰਮਤ ਸਾਡੀ ਮਿਟ ਜਾਵੇ, ਤੇਰੇ ਨੇੜੇ ਆਈਏ, ਇਹ ਜੀਵਨ ਵਿੱਚ ਨਿਜਾਤ ਹਾਸਲ ਹੋਵੇ, ਰੋਗ ਸੋਗ ਸਾਡੇ ਮਿਟ ਜਾਣ। ਬਾਣੀ ਦਾ ਫੁਰਮਾਨ ਹੈ ਮਨ ਮੁਖ ਅਗਿਆਨ ਦੁਰਮਤ ਅਹੰਕਾਰੀ ਅੰਤਰ ਕ੍ਰੋਧ ਜੂਏ ਮਤ ਹਾਰੀ ਅੰਨਾ ਬੋਲਾ ਖੋਏ ਉੱਜੜ ਪਾਏ ਮਨਮੁਖ ਅੰਧਾ ਆਵੈ ਜਾਏ। ਹੁਣ ਅਕਾਲ ਪੁਰਖ ਤੋਂ ਮਾਣ ਕਰਕੇ ਅਹੰਕਾਰ ਕਰਕੇ ਦੂਰ ਹੋ ਗਿਆ, ਦੁਰਮਤ ਦਾ ਧਾਰਨੀ ਹੈ। ਮਹਾਰਾਜ ਪਾਤਸ਼ਾਹ ਕਹਿੰਦੇ ਨੇ ਜਿਹੜਾ ਹੰਕਾਰੀ ਹੁੰਦਾ ਨਾ, ਉਹ ਕ੍ਰੋਧੀ ਵੀ ਬੜਾ ਹੁੰਦਾ, ਉਹਨੂੰ ਗੁੱਸਾ ਬੜਾ ਆਉਂਦਾ ਹੈ। ਕੋਈ ਕਹਿ ਦਵੇ ਉਹਦੇ ਤੁੱਲ ਹਾਂ, ਉਹ ਅਹੰਕਾਰ ਵਿੱਚ ਚੂਰ ਹੋ ਜਾਂਦਾ ਹੈ। ਜਿਹੜਾ ਕ੍ਰੋਧੀ ਹੈ ਉਹਦੇ ਸ਼ੁਭ ਗੁਣ ਗਲ ਜਾਂਦੇ ਨੇ, ਸਤ ਸੰਤੋਖ ਦਇਆ ਧਰਮ
वो रस्ते तो खुंझ जाता है। जिहड़ा रस्ते तो खुंझ जावे वो उजाड़ वाल चलदा है। इत्थे रस्ते तो खुंझण दा भाव है रब वल्लों भुल के संसार वाल चल पिया और संसार दी उजाड़ विच 84 लाख जूना विच भरमाया गया। मनमुख अंधा आवे जाए, आवागमन विच पै गया। हंकारी बंदे नूं रब नेड़े नहीं रखदा, 84 लाख जूना विच सुट दिंदा है। सो महाराज पातशाह कहंदे ने ही कम्स एंड गोज इन रीइनकारनेशन। 84 लाख जूना विचों आउंदा जांदा रहिंदा है। कहंदे दुरमत भागहीन मत फीके, नाम सुनत आवे मन रोहै। कौआ काग को अमृत रस पाइयै, तृप्त विष्टा खाए मुख गो है। कहंदे दुरमतीए नूं रब दा नाम चंगा नहीं लगदा। कोई कह दवे ना तू नहीं कीता, रब ने कीता है, तो उहदे अहंकार ते चोट लगदी है। वो बड़ा जहर उगलेगा, तुहाडे ते गिला करेगा भी मैं करन वाला, तू कौन हुंदा रब नूं वडियाई देण वाला। हरनाकश वर्गा दुराचारी, उहदी ईगो हर्ट होवेगी। तुसीं माड़ा जिहा कह दो भी ना तू कुछ नहीं कीता, रब करदा है। महाराज पातशाह कहंदे जहर नाल भरिया है, रब दा शरीक बनदा है। ऐसा जिहड़ा भागहीन है ਉਹਨੂੰ ਰੱਬ ਦਾ नाम चंगा नहीं लगता। उदाहरण की दिती है कौए दी। जिहड़ा ਕਾਂ है ना ਉਹਦੇ ਅੱਗੇ ਤੁਸੀਂ ਸਵਾਦਲਾ ਭੋਜਨ ਰੱਖ ਦਿਓ नहीं ਖਾਵੇਗਾ, गंदगी विच विष्टा विच मूँह मारेगा। इउं दुरमतीए बंदे नूं रब दा नाम, रब दे नाम दी कीर्ति इउं चंगी नहीं लगती जिवें कौए नूं अमृत चंगा नहीं लगता। वो विष्टा खांदा है, गंदगी खांदा है। सो महाराज पातशाह कहंदे इसनूं अकाल पुरख तो दूर जाण वाली मत ही चंगी लगती है। काम क्रोध लोभ विच ही मूँह मारदा है, खुश रहिंदा है। और ऐसा संसार ते कोई एक इंसान नहीं है, बहुतात इन्हां लोकां दी है। दुरमत अगन जगत पर जारै, सो उभरै गुर शब्द विचारै। कहंदे तकरीबन ही सारा जगत इस दुरमत दी अग विच सड़ रहा है, परमात्मा तो दूर हो चुकिया है। ये गुरु ही कृपा करे, परमात्मा ही कृपा करे ते अपने चरनी लावे, इहदा अहंकार मिटावे। जिवें बाणी चाहुंदा है ना, दुरमत मिटी हौमे छुटी, सिमरत हर को नाम सरन गही पार ब्रह्म की, मिटिया आवा गवन। कहंदे अकाल पुरख दी शरण आ जा, ओदे गीत गा, अहंकार मिट जावेगा, दुरमत मिट जावेगी। परमात्मा दे नाम दी अग विकारां नूं साड़ दिंदी है, दुरमत नूं साड़ दिंदी है। जदों परमात्मा दे नाम नूं जप के अहंकार दे रोग दा विनाश हो गया, तेरा अहंकार घमंड हंकार मान सड़ गया, मिटिया आवा गवन, तेरा आवागमन मिटेगा, तेरे रोग सोग मिटणगे, परमात्मा विच भेद हो जावेगा, विकारां तो रहत निर्मल हो जावेगा। परमात्मा बड़ा निर्मल है, निर्मल विच मिलण दे लई पाक होना ही पैंदा है। जल विच जाली मिलदा है, तेल नहीं मिलदा। सो पातशाह कहंदे अकाल पुरख ही कृपा करे, आवागमन मिटदा है, दुरमत मिटदी है। वो कृपा उन्हां ते करदा है जिहड़े उहदी शरण जांदे ने, जिहड़े उहदे शरीक बन जाण, अहंकार विच रहण, वो आवागमन विच पैंदे ने। जिहड़े सिर झुका देण उन्हां नूं चरनी निवास बख्शदा है। सो गुरु तेग बहादुर साहब इस श्लोक विच समझाउंदे ने, लख तू जतन कर लै हंकार नहीं मिटेगा, हंकार ना मिटिया संसार नहीं मिटेगा, रोग सोग भोगदा रवेगा। अकाल पुरख अगे बेनती करया कर, तेरा हंकार मिटे, तेरा मान मिटे, तेरे विकार मिट जाण, फिर तेरा जीवन सफला है।
तेरा जिहड़ा जन्म है वो सौर जावेगा। हुण पातशाह अपने पवित्र शब्द दे विच साडे लई फुरमान करदे ने। 718 अंग उपर ये पाक शब्द सुभायमान है। सतनाम श्री वाहिगुरु साहब जीओ। टोडी महला नौवा। एक ओंकार सतगुर प्रसाद। कहो कहा अपनी अदमाई। उर्जयो कनक कामनी के रस। नह कीरत प्रभ गाई। रहाओ। इत्थे गुरु तेग बहादुर साहब टोडी राग विच फुरमान करते ने। अपने इष्ट देव दा अकाल पुरख दा निर्गुण स्वरूप दा पहला मंगल उचारते ने। एक ओंकार परमात्मा एक है। कुल कायनात दा ओ प्रकाशक है, मालक है। सत गुर ओ सच्चा है। गुर ओ ज्ञान बख्शदा है, अज्ञान खै करदा है। प्रसाद दा भाव है वो कृपालू बड़ा है, वो कृपा करन वाला है सारियां ते। दूसरा भाव है जो ये एक अकाल पुरख है, सतगुर प्रसाद। गुरां दी कृपा दे नाल गुरु नानक साहब गुरु ग्रंथ साहब दी मेहर सदका प्राप्त हुंदा है। महाराज इंसान दे अंदर जिहड़ा पाप कर्म छिपिया है उन्होंने उजागर करते हुए दसदे ने। कहो कहा अपनी अदमाई। महाराज कहंदे ऐ इंसान अकाल पुरख दे सावें अपना अंदर खोल के रख दिया कर। वैसे भी कोई पढ़दा तो है नहीं है। लोग चम वेंदे ने, खुदा मन वेंदा है। जितने भी गुनाह करदा है लोगों तो छुपा सकदा है, रब तो ते अगे कोई नहीं छिपिया, तो फिर की हर्ज है उहदे सामने प्रगट करदियां। आखण लगे मैं अपनी नीचता तेरे अगे किस तरह बयान करा। औगण ही इन्ने ने, कितने क तेरे अगे औगण बयान करा। औगणा दे नाल भरिया पिया हाँ। सारे औगण बयान करने भी मुश्किल ने क्योंकि तादाद ही इन्नी है। अदमाई दे कई अर्थ होंदे ने। अदमाई का मतलब औगण भी है। नीवापन, नीचता, घटियापन, बुराइयां जिन्ने भी साडे विच खोटे कर्म छिपे हुए ने, जिन्नी भी खुटियाई है, नीचपुणा है, ये आपां सारे जानते हैं आपो अपने बाबत। हजे जो साडे सन्मुख है ना वो सारे औगणा बाबत नहीं जानता भी साडे च किहड़े किहड़े औगण ने, क्योंकि असीं लोकां नूं कुछ होर दिखाउंदे आ। वो आंदे हुंदे ना भी हाथी दे दंद खाण दे होर ते दिखाउण दे होर। साडा वो सुभाਅ है। इस चम दे थल्ले पता नहीं की कुछ लुकिया है, लोक नहीं जानते, खुदा जानदा है। महाराज पातशाह कहंदे इन्नी क नीचताई है अंदर प्रगट नहीं की जा सकती। इन्ने क औगण ने फरोले नहीं जा सकते। जिवें बाणी चाहुंदा ना विखिया सख्त रहियो निसबासर नह छूटी अदमाई। फिर असीं रजदे भी नहीं औगण करके। इन्ने पाप करते हैं कदे रज भी नहीं आया, करते ही जाते हैं, करते ही जाते हैं। गुरु तेग बहादुर साहब पातशाह आखण लगे कितने कौगणा नूं बयान करां, नीच पुणे नूं किस तरह ज़ाहर करां, ये रब दे अगे बेनती करया करो। किहड़े किहड़े औगण ने अगली पंक्ति विच पातशाह कुछ जिक्र करते ने। उर्जयो कनक कामनी के रस नह कीरत प्रभ गाई। महाराज कहंदे इंसान
ਉਲਝਿਆ ਰਹਿੰਦਾ ਹੈ, ਗੁੰਝਲ ਵਿੱਚ ਫਸਿਆ ਰਹਿੰਦਾ ਹੈ, ਅਟਕਿਆ ਰਹਿੰਦਾ ਹੈ, ਰੁਕਿਆ ਰਹਿੰਦਾ ਹੈ। ਕਿੱਥੇ ਅਟਕਿਆ ਹੈ, ਕਿੱਥੇ ਫਸਿਆ ਹੈ? ਆਖਣ ਲੱਗੇ ਕਨਕ ਸੋਨੇ ਵਿੱਚ, ਪੈਸੇ ਵਿੱਚ, ਮਾਇਆ ਪ੍ਰਾਪਤ ਕਰਨ ਲਈ ਕਈ ਗੁਨਾਹ ਕਰਦਾ ਹੈ। ਇਉਂ ਮਾਇਆ ਦੇ ਰਸ ਕਸ ਵਿੱਚ ਇਹ ਫਸਿਆ ਰਹਿੰਦਾ ਹੈ। ਦੀਨ ਦੁਨੀਆ ਦੇ ਮਾਲਕ ਅੱਗੇ ਲਫ਼ਜ਼ ਵਰਤਦੇ ਨੇ, ਆਖਣ ਲੱਗੇ ਕਾਮਨੀ, ਕਾਮਣ ਨੂੰ ਕਿਹਾ ਹੈ ਸੁੰਦਰ ਇਸਤਰੀ ਨੂੰ। ਸੁੰਦਰ ਇਸਤਰੀ ਸੁੰਦਰ ਮਰਦ ਦੇ ਮੋਹ ਵਿੱਚ ਫਸੀ ਰਹਿੰਦੀ ਹੈ, ਮਰਦ ਸੁੰਦਰ ਇਸਤਰੀ ਦੇ ਮੋਹ ਵਿੱਚ ਫਸਿਆ ਰਹਿੰਦਾ ਹੈ। ਸੋ ਮਹਾਰਾਜ ਪਾਤਸ਼ਾਹ ਕਹਿੰਦੇ ਇਹਨਾਂ ਰਸਾਂ ਕਸਾਂ ਦੇ ਵਿੱਚ ਇਹਦਾ ਜੀਵਨ ਅਜਾਈਂ ਚਲਿਆ ਜਾਂਦਾ ਹੈ। ਰਸ ਦਾ ਮਤਲਬ ਕੀ ਹੈ? ਪ੍ਰੀਤੀ ਕਰਨੀ, ਸਵਾਦ ਲੈਣਾ, ਆਨੰਦ ਲੈਣਾ। ਐ ਅਕਾਲ ਪੁਰਖ, ਸਾਡੀ ਅਦਮਾਈ ਇਹ ਹੈ, ਸਾਡਾ ਨੀਚਪਨ ਇਹ ਹੈ ਵੀ ਸਾਰਾ ਜੀਵਨ ਕਾਮਣੀ ਦੇ ਰਸ ਵਿੱਚ, ਮਾਇਆ ਦੇ ਰਸ ਵਿੱਚ, ਮੁਰਦਾਰ ਦੇ ਰਸ ਵਿੱਚ, ਲੋਕਾਂ ਦਾ ਹੱਕ ਮਾਰਨ ਵਿੱਚ, ਮੋਹ ਮਾਇਆ ਦੇ ਵਿੱਚ ਅਸੀਂ ਗਲਤਾਨ ਕਰ ਲੈਂਦੇ ਹਾਂ। ਜੀਵਨ ਮਿਲਿਆ ਸੀ ਤੇਰੀ ਕੀਰਤੀ ਗਾਉਣ ਦੇ ਲਈ, ਵਡਿਆਈ ਗਾਉਣ ਦੇ ਲਈ, ਨੇਕ ਨਾਮੀ ਗਾਉਣ ਦੇ ਲਈ। ਉਹ ਤੇਰੀ ਕੀਰਤੀ ਅਸੀਂ ਗਾ ਹੀ ਨਹੀਂ ਸਕੇ, ਪ੍ਰਭੂ ਦੀ ਵਡਿਆਈ ਅਸੀਂ ਗਾ ਹੀ ਨਹੀਂ ਸਕੇ। ਪ੍ਰਭ ਦਾ ਮਤਲਬ ਹੈ ਜੋ ਬੜਾ ਬਲਵਾਨ ਹੈ, ਜੋ ਸਾਰਿਆਂ ਦਾ ਮਾਲਕ ਹੈ, ਵਾਹਿਗੁਰੂ, ਜੋ ਪ੍ਰਭਤਾ ਦੇ ਸਹਿਤ ਹੈ, ਵਡਿਆਈ ਦੇ ਸਹਿਤ ਹੈ। ਉਹਦਾ ਰਸ ਮਾਣਿਆ ਹੀ ਨਹੀਂ, ਉਹਦੇ ਗੀਤ ਗਾਏ ਹੀ ਨਹੀਂ, ਉਹਦੀ ਮਾਇਆ, ਉਹਦੀ ਰਚਨਾ, ਉਹਦੇ ਸੰਸਾਰ ਦੇ ਰਸ ਵਿੱਚ ਅਸੀਂ ਫਸ ਕੇ ਰਹਿ ਗਏ। ਵੇਖੋ, ਸੰਸਾਰ ਮਿਲਿਆ ਸੀ ਜੀਵਨ ਸੁਖਾਲਾ ਬਤੀਤ ਹੋਵੇ, ਮੰਜ਼ਿਲ ਪਰਮਾਤਮਾ ਸੀ, ਅਸੀਂ ਮੰਜ਼ਿਲ ਸੰਸਾਰ ਬਣਾ ਲਿਆ, ਪਰਮਾਤਮਾ ਵਿਸਾਰ ਦਿੱਤਾ। ਹੁਣ ਜਿਹੜੇ ਮਨ ਦੇ ਭਾਂਡੇ ਵਿੱਚ ਪਦਾਰਥਾਂ ਦਾ ਰਸ ਹੈ, ਰੱਬ ਦਾ ਰਸ ਹੀ ਨਹੀਂ ਹੈ, ਉੱਥੇ ਰੱਬ ਟਿਕੇਗਾ ਕਿਵੇਂ? ਰਸ ਸੋਇਨਾ, ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ, ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ, ਏਤੇ ਰਸ ਸਰੀਰ ਕੇ ਕੈ ਘਟ ਨਾਮ ਨਿਵਾਸ। ਮਹਾਰਾਜ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਕਹਿੰਦੇ ਸੋਨੇ ਦਾ ਰਸ ਹੈ, ਰੂਪਾ ਚਾਂਦੀ ਦਾ ਰਸ ਹੈ, ਇਸਤਰੀ ਦਾ ਰਸ ਹੈ, ਪਰਮਲ ਦਾ ਸੁਗੰਧੀਆਂ ਮਾਨਣ ਦਾ ਰਸ ਹੈ, ਚੰਗੇ ਘੋੜੇ ਹੋਣ, ਰਾਜ ਭਾਗ ਹੋਵੇ, ਚੰਗੀ ਸੇਜਾ ਹੋਵੇ, ਚੰਗਾ ਮਹਿਲ ਹੋਵੇ, ਮੰਦਰ ਹੋਵੇ, ਮਾਸ ਦਾ ਰਸ, ਨਸ਼ਿਆਂ ਦਾ ਰਸ, ਜ਼ੁਬਾਨ ਦੇ ਚਸਕੇ, ਇੰਨੇ ਰਸ ਨੇ ਸਾਡੇ ਅੰਦਰ। ਪਰਮਾਤਮਾ ਦੇ ਰਸ ਲਈ ਤੇ ਜਗ੍ਹਾ ਹੀ ਕੋਈ ਨਹੀਂ ਬਚੀ। ਪਰਮਾਤਮਾ ਟਿਕੇਗਾ ਮਨ ਵਿੱਚ ਕਿਵੇਂ? ਇਸੇ ਕਰਕੇ ਰਸਾਂ ਕਸਾਂ ਵਿੱਚ ਪੈ ਕੇ ਦੁੱਖ ਭੋਗਦੇ ਹਾਂ, ਪਰਮਾਤਮਾ ਤੋਂ ਦੂਰ ਹੋਏ ਦੁੱਖ ਭੋਗਦੇ ਹਾਂ। ਬਾਣੀ 'ਚ ਇੱਕ ਜਗ੍ਹਾ ਹੋਰ ਆਉਂਦਾ ਹੈ, ਰਾਜ ਮਿਲਕ ਸਿਕਦਾਰੀਆ, ਰਸ ਭੋਗਣ ਵਿਸਥਾਰ, ਬਾਗ ਸੁਹਾਵੇ ਸੋਹਣੇ, ਚੱਲੇ ਹੁਕਮ ਅਫਾਰ, ਰੰਗ ਤਮਾਸ਼ੇ ਬਹੁ ਵਿਧੀ, ਚਾਏ ਲੱਗ ਰਹਿਆ, ਚਿਤਨਾ ਆਇਓ ਪਾਰ ਬ੍ਰਹਮ, ਤਾਂ ਸਰਪ ਕੀ ਜੂਨ ਗਿਆ। ਮਹਾਰਾਜ ਕਹਿੰਦੇ ਪਰਮਾਤਮਾ ਦਾ ਬਖਸ਼ਿਆ ਹੋਇਆ ਰਾਜ ਸੀ, ਮਿਲਕ, ਮਲਕੀਅਤ ਸੀ। ਇਹ ਪਰਮਾਤਮਾ ਵੱਲੋਂ ਬਖਸ਼ੇ ਪਦਾਰਥਾਂ ਦੇ ਸੁੱਖ ਵਿੱਚ ਖੁੱਭ ਗਿਆ, ਇੰਨਾ ਖੁੱਭ ਗਿਆ, ਸੋਹਣੇ ਬਾਗਾਂ ਦੀ ਸੈਰ ਕਰਦਾ ਰਿਹਾ। ਤਾਕਤ ਵੀ ਦਿੱਤੀ ਸੀ ਰੱਬ ਨੇ, ਤਖਤ ਦਿੱਤਾ ਸੀ, ਇਹਦਾ ਹੁਕਮ ਵੀ ਚੰਗਾ ਚੱਲਦਾ ਰਿਹਾ, ਅਮੋੜ ਹੁਕਮ, ਅਫਾਰ ਹੁਕਮ ਚੱਲਿਆ, ਸਭ ਇਹਦੇ ਅੱਗੇ ਝੁਕਣ ਲੱਗ ਪਏ। ਰੰਗ ਤਮਾਸ਼ਿਆਂ ਵਿੱਚ, ਦੁਨੀਆ ਦੀਆਂ ਰੰਗੀਨੀਆਂ ਵਿੱਚ ਇੰਨਾ ਖੁੱਭ ਗਿਆ, ਇੰਨਾ ਚਾਅ ਚੜ੍ਹ ਗਿਆ ਪਦਾਰਥਾਂ ਦਾ, ਜਿਸ ਨੇ ਸਭ ਬਖਸ਼ਿਆ ਸੀ ਉਹਦਾ ਚੇਤਾ ਭੁਲਾ ਦਿੱਤਾ।
ਤੁਸੀਂ ਵੇਖੋ ਤੁਹਾਡੇ ਵਿਹੜੇ ਵਿੱਚ ਕੋਈ ਰੁੱਖ ਹੋਵੇ, ਉਹ ਤੁਹਾਨੂੰ ਫਲ ਦਿੰਦਾ ਹੈ, ਤੁਸੀਂ ਰੁੱਖ ਨੂੰ ਪਾਣੀ ਦੇਣਾ ਹੀ ਛੱਡ ਦਿਓ ਤੇ ਫਲ ਨਹੀਂ ਮਿਲੇਗਾ ਤੁਹਾਨੂੰ। ਪਰਮਾਤਮਾ ਦਾਤਾਰ ਸੀ, ਉਹਨੂੰ ਯਾਦ ਕਰਨਾ ਛੱਡ ਦਿੱਤਾ ਹੈ। ਪਦਾਰਥ ਫਲ ਇੱਕ ਦਿਨ ਮੁੱਕ ਹੀ ਜਾਣੇ ਨੇ, ਜਿਹੜਾ ਯਾਦ ਕਰੇਗਾ ਝੋਲੀ ਉਹਦੀ ਭਰੀ ਰਹਿਣੀ ਹੈ। ਪਰਮਾਤਮਾ ਜਦੋਂ ਚੇਤੇ ਵਿੱਚ ਨਾ ਰਿਹਾ, ਚਿਤ ਨਾ ਆਇਓ ਪਾਰ ਬ੍ਰਹਮ ਤਾਂ ਸਰਪ ਕੀ ਜੂਨ ਗਿਆ, ਸਿੱਧਾ ਅਰਥ ਹੈ ਪਰਮਾਤਮਾ ਦੇ ਬਖਸ਼ੇ ਪਦਾਰਥਾਂ ਨੂੰ ਭੋਗਣ ਵਾਲਾ ਖੁਦਾ ਨੂੰ, ਪਰਮਾਤਮਾ ਨੂੰ ਭੁੱਲ ਜਾਵੇ ਤੇ ਅਗਲੀ ਜੂਨ ਕਹਿੰਦੇ ਸੱਪ ਦੀ ਹੈ। ਹੀ ਵਿਲ ਬੀ ਰੀਇਨਕਾਰਨੇਟਿਡ ਐਜ਼ ਅ ਸਨੇਕ। ਇੰਗਲਿਸ਼ ਦੇ ਟੀਕਾਕਾਰਾਂ ਵੀ ਅਰਥ ਕੀਤੇ ਨੇ, ਸੱਪ ਦੀ ਜੂਨੇ ਪੈਂਦਾ ਹੈ। ਸੋ ਮਹਾਰਾਜ ਇੱਥੇ ਸਮਝਾਉਂਦੇ ਨੇ, ਕਣਕ ਕਾਮਨੀ ਦੇ ਰਸ ਵਿੱਚ ਖੁੱਭਿਆ ਏ, ਪਰਮਾਤਮਾ ਦੀ ਕੀਰਤੀ ਗਾ ਨਹੀਂ ਰਿਹਾ, ਪਰਮਾਤਮਾ ਨੂੰ ਤੂੰ ਵਿਸਾਰ ਦਿੱਤਾ ਹੈ, ਜੂਨਾਂ ਵਿੱਚ ਪੈਣਾ ਪਵੇਗਾ, ਦੁੱਖ ਭੋਗਣੇ ਪੈਣਗੇ। ਇੱਕ ਸ਼ਾਇਰ ਨੇ ਇੱਕ ਬੋਲ ਕਿਹਾ, ਕਹਿੰਦਾ ਲਾਖ ਢੂੰਡੇ ਗਹੁਰੇ ਮਕਸੂਦ ਮਿਲ ਸਕਤਾ ਨਹੀਂ, ਹੁਕਮ ਅਗਰ ਤੇਰਾ ਨਾ ਹੋ ਪੱਤਾ ਵੀ ਹਿਲ ਸਕਤਾ ਨਹੀਂ। ਉਹ ਕਹਿੰਦਾ ਵੇਖੋ ਜੋ ਕੁਝ ਵੀ ਚਾਹੋ ਤੁਸੀਂ, ਦੇਣ ਵਾਲਾ ਪਰਮਾਤਮਾ ਹੀ ਹੈ, ਉਹਦੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਹਿਲਦਾ, ਤੇ ਤੁਸੀਂ ਉਹਨੂੰ ਭੁੱਲ ਕੇ ਬੈਠੇ ਹੋ। ਖੁਦਾ ਕੋ ਭੂਲ ਗਏ ਲੋਗ ਫਿਕਰੇ ਰੋਜ਼ੀ में तलाश रिज्क की है, ਰਾਜ਼ਕ का ख्याल नहीं। ਰਿਜ਼ਕ ਸਾਰੇ ਹੀ ਚਾਹੁੰਦੇ ਨੇ, ਪਦਾਰਥ ਸਾਰੇ ਹੀ ਚਾਹੁੰਦੇ ਨੇ, ਰਿਜ਼ਕ ਦੇਣ ਵਾਲੇ ਦਾ ਚੇਤਾ ਹੀ ਕੋਈ ਨਹੀਂ ਕਰਦਾ, ਰੋਜ਼ੀ ਦੇਣ ਵਾਲੇ ਖੁਦਾ ਨੂੰ ਯਾਦ ਹੀ ਕੋਈ ਨਹੀਂ ਕਰਦਾ। ਗੁਰੂ ਗ੍ਰੰਥ ਸਾਹਿਬ ਇਹ ਗੱਲ ਕਹਿੰਦੇ ਨੇ, ਰਾਮ ਨਾਮ ਘਟ ਅੰਤਰ ਨਾਹੀ, ਹੋਰ ਜਾਣੈ ਰਸ ਕਸ ਮੀਠੇ, ਗਿਆਨ ਧਿਆਨ ਗੁਣ ਸੰਜਮ ਨਾਹੀ, ਜਨਮ ਮਰੋਗੇ ਝੂਠੇ। ਅਕਾਲ ਪੁਰਖ ਦੀਆਂ ਦਿੱਤੀਆਂ ਦਾਤਾਂ ਵਿੱਚ ਖੁੱਭ ਗਏ ਹੋ, ਅਕਾਲ ਪੁਰਖ ਨੂੰ ਭੁਲਾ ਦਿੱਤਾ ਹੈ। ਸਾਰੇ ਰਸਾਂ ਲਈ ਤੁਹਾਡੇ ਮਨ ਅੰਦਰ ਜਗ੍ਹਾ ਹੈ, ਇੱਕ ਅਕਾਲ ਪੁਰਖ ਦੇ ਨਾਮ ਦੇ ਰਸ ਲਈ ਜਗ੍ਹਾ ਹੀ ਕੋਈ ਨਹੀਂ ਹੈ। ਆਖਣ ਲੱਗੇ ਮੌਤ ਆਵੇਗੀ, ਜਨਮ ਹੋਵੇਗਾ, ਮੌਤ ਆਵੇਗੀ, ਇਉਂ ਆਵਾਗਮਨ ਵਿੱਚ ਫਸੇ ਰਹੋਗੇ। ਇੱਕ ਕਾਕਾ ਪਹਿਲੀ ਜਮਾਤ ਵਿੱਚ ਹੈ, 12 ਕਰ ਗਿਆ, 10-12 ਸਾਲ ਲਾਏ। ਹੁਣ ਜੇ ਕੋਈ ਉਹਨੂੰ ਆਖੇ ਵੀ ਚੱਲ ਕਾਕਾ ਪਹਿਲੀ ਜਮਾਤ ਵਿੱਚ ਫਿਰ ਪੈ ਜਾ, ਇਹ ਬੜਾ ਮੁਸ਼ਕਿਲ ਹੈ। ਇਹ ਆਵਾਗਮਨ ਬੜਾ ਔਖਾ ਹੈ। ਵਾਰ-ਵਾਰ ਜੂਨਾਂ ਦੇ ਦੁੱਖ ਭੋਗਣੇ ਬੜੇ ਔਖੇ ਨੇ। ਭੋਗੇਗਾ ਉਹ ਜਿਹੜਾ ਗੁਰੂ ਤੋਂ ਪਰਮਾਤਮਾ ਤੋਂ ਦੂਰ ਹੈ, ਉਹਨੂੰ ਉਹ ਦੂਰ ਹੀ ਰੱਖਦਾ ਹੈ 84 ਦੇ ਗੇੜ ਵਿੱਚ। ਜਿਹੜਾ ਪਰਮਾਤਮਾ ਦਾ ਰਸ ਮਾਣੇਗਾ ਉਹੀ ਚਰਨਾਂ 'ਚ ਭੇਦਤਾ ਹਾਸਲ ਕਰੇਗਾ, ਜਿਹੜਾ ਸੰਸਾਰ ਦਾ ਰਸ ਮਾਣੇਗਾ ਸੰਸਾਰ 'ਤੇ ਹੀ ਦੁੱਖ ਭੋਗੇਗਾ। ਸੋ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਅਦਮਾਈ ਬਿਆਨ ਕਰਦੇ ਨੇ, ਕਹਿੰਦੇ ਇਉਂ ਇਨਸਾਨ ਫਸਿਆ ਹੈ ਰਸਾਂ ਕਸਾਂ ਵਿੱਚ, ਰੱਬ ਦੇ ਗੀਤ ਨਹੀਂ ਗਾਉਂਦਾ। ਰਹਾਓ ਜਗ ਝੂਠੇ ਕਉ ਸਾਚ ਜਾਨ ਕੈ, ਤਾ ਸਿਓ ਰੁਚ ਉਪਜਾਈ। ਜਗਤ ਨੂੰ ਝੂਠਾ ਇਸ ਲਈ ਕਿਹਾ ਹੈ ਕਿਉਂਕਿ ਇਹ ਮਿਟਦਾ ਹੈ, ਇਹ ਬਦਲਦਾ ਰਹਿੰਦਾ ਹੈ, ਇਹ ਸਦੀਵੀ ਨਹੀਂ ਹੈ। ਜੋ ਅੱਜ ਵੇਖਦੇ ਹੋ ਕੱਲ੍ਹ ਨੂੰ ਨਹੀਂ ਹੁੰਦਾ, ਜੋ ਕੱਲ੍ਹ ਦੇਖੋਗੇ ਪਰਸੋਂ ਨਹੀਂ ਹੋਵੇਗਾ। ਇਉਂ ਸੰਸਾਰ ਬਦਲਦਾ ਹੈ, ਸੰਸਰਣ ਕਰਦਾ ਹੈ। ਮਹਾਰਾਜ ਕਹਿੰਦੇ ਜਗ ਝੂਠਾ ਹੈ, ਇਸ ਨੂੰ ਸੱਚ ਸਮਝ ਕੇ ਬੈਠ ਗਿਆ। ਜਗਤ ਨੂੰ, ਸੰਸਾਰ ਨੂੰ, ਦੁਨੀਆ ਨੂੰ ਸੱਚ ਜਾਣ ਲਿਆ ਹੈ। ਇਹ ਅਸੱਤਿਆਵਾਦੀ ਸੀ, ਇਹ ਨਾਸ਼ ਹੋਣ ਵਾਲਾ ਸੀ। ਜਿਵੇਂ ਬਾਣੀ ਚਾਹੁੰਦਾ ਹੈ ਨਾ, ਝੂਠਾ ਜਗ ਡਹਿ ਕੇ ਘਨਾ, ਦਿਨ ਦੋਏ ਬਰਤਨ ਕੀ ਆਸ। ਚਮਕ ਬੜੀ ਹੈ ਜਗਤ ਦੀ, ਇਹ ਝੂਠਾ ਜਗ ਹੈ, ਇਹਦੀ ਚਮਕ ਬੜੀ ਹੈ। ਅਸੀਂ ਆਸ ਲਾਈ ਬੈਠੇ ਹਾਂ ਲੰਬੇਰਾ ਸਮਾਂ ਭੋਗਾਂਗੇ, ਕਹਿੰਦੇ ਨਹੀਂ 2-4 ਦਿਨ ਦੀ ਸਾਰੀ ਖੇਡ ਹੈ, ਸਭ ਮਿੱਟੀ ਹੋ ਜਾਵੇਗਾ, ਸਭ ਰੰਗੀਨੀਆਂ ਮਿਟ ਜਾਣਗੀਆਂ। ਨਾਨਕ ਢੇਰੀ ਛਾਰ ਕੀ ਭੀ ਫਿਰ ਹੋਈ, ਛਾਰੇ ਮਿੱਟੀ ਹੋ ਜਾਵੇਗਾ। ਜਿੰਨਾ ਚਾਹੇ ਭੜਕ ਲੈ, ਭੱਜ ਦੌੜ ਕਰ ਲੈ, ਮੰਜ਼ਿਲ ਅਖੀਰ ਮਿੱਟੀ ਹੋਣਾ ਹੀ ਹੈ। ਸੋ ਇਹ ਸੰਸਾਰ ਕਹਿੰਦੇ ਥੋੜ੍ਹੇ ਦਿਨ ਦਾ ਹੈ। ਜੋ ਸੱਚ ਸੀ, ਜੋ ਸੱਤਿਆ ਸੀ, ਜੋ ਸਦੀਵੀ ਰਹਿਣ ਵਾਲਾ ਸੀ, ਜੋ ਯਥਾਰਥ ਸੀ, ਜੋ ਸਭ ਦਾ ਵਜੂਦ ਸੀ, ਉਸ ਪਰਮ ਈਸ਼ਵਰ ਵਿੱਚ ਰੁਚੀ ਨਹੀਂ ਲਈ।
सच विच रुचि नहीं लई, झूठे जगत दे विच रुचि लई है। इच्छा जगत दी कीती है, संसार दी कीती है। रुचि का भाव है झुकाओ, खुशी। ये संसार तो ही असीं हासिल करना चाहुंदे हां। रुचि का भाव है चाह, सानू संसार दी ही चाह है। महाराज कहंदे झूठ दी चाह है, वो रहन वाला नहीं है। बिन सजाए जो निमख मैं सो अल्प सुख भनिया। जे बच्चा समुद्र के कंढे रेता का घर बना के उहदे नाल ते करे, मोह करे, किन्ने समय लई, वो तो लहर आउणी है, मिट जाना है, फिर रोवेगा, वैराग करेगा। संसार की सच्चाई ऐसी है। पर कहंदे तेरे अंदर झूठे संसार लई ये जिहड़ी रुचि सी पैदा हो गई। उपजाई का भाव है पैदाइश हुई, उपजी, उत्पत्ति हुई। तेरे अंदर झूठे जगत का मोह ही बनया रहा। बाणी का फरमान है करत करत इव ही बिरधानो हारियो उगते तन खी नसुआ। महाराज कहंदे ने माया दे धंधियां विच लग के मनुख बुढ़ा हो जाता है, अकल काम छड्ड जाती है, शरीर लिसा हो जाता है, फिर भी माया दा ते नहीं जाता। होर इकट्ठी कर लवां, होर इकट्ठी कर लवां। तुसीं वेखियो जवानी विच जिहड़ी इच्छा है ना माया प्राप्ति दी, जदों ये बजुर्गी चाहेगा इच्छा वधेगी घटेगी नहीं। चाहे तख्तां दी है, चाहे माया दी है, चाहे शरीर भोगण दी है, ये उम्र नाल घटदी नहीं है। शेर बुढ़ा हो जाता है, शिकार खेडना थोड़ी छड्डदा है। साडा सुभाअ कुछ ऐसा है, ज्यों मोहियो उन मोहनी बाला उसते घटे नाही रुच चसुआ। कहंदे जिवें जवानी विच माया दे प्रेम विच ये फसिया रहा है, बुढ़ा हो भी गया, रंचक मात्र चस्का नहीं घटिया माया दा, शरीर भोगण दा चस्का नहीं घटिया। ये गल वखरी है, शरीर विच ताकत नहीं रही, पल्ले कुछ नहीं रहा। तुसीं वेखो बुढ़ापे विच भी कोई बहुता फर्क नहीं पैंदा। एक राजा कुर्सी ते बैठा है, 80-90 वरियां दा हो जावे, तुसीं आखो भी बापू जी उतरो हुण तख्त छड्ड दिओ, जवानां नूं देश सांभण दिओ, किते छड्डदे ने नहीं। कई ठगियां ठोरियां छल कपट रचणगे, डिकटेटरशिप ते उतर आउणगे भी तख्त ना छड्डना पै जावे। अज दे राजे वेख लो, अज दीयां हुकूमतां वेख लो, चाहे वोटिंग विच छेड़खानी करनी पवे, चाहे धक्कोजोरी करनी पवे, सिर मिध के तख्त मलना पवे, उम्र दे नाल तख्त दी कामनी दी पैसे दी लालसा नहीं घटदी, संतोख नहीं आउंदा। संतोख नाम नाल आउंदा है। तृष्णा दी अग रब दे गीत गाया मिटदी है, बुझदी है। जे तुसीं आखो भी लकड़ां पाई जाओ अग दे झुंड दे विच, बलदी अग दे विच, अग दी भुख है लकड़ां, शायद उहदी भुख मिटेगी, लकड़ां नाल नहीं। जिहड़ी भुख है, जिहड़ी तृष्णा है, जिहड़ी माया दी लालसा है, शरीर भोगण दी इच्छा है, कहंदे ये उम्र नाल मिटदी नहीं, ये वधदी जांदी है। बाणी दा फरमान है जानो सत होवंतो मरना दृष्टेण मिथ्या कीरत सात चलंथो पणंत नानक साध संगेण। संसार झूठा है, जो दिख रहा है मिटेगा, ਇਹਦੇ ਵਿੱਚੋਂ ਬਹੁਤਾ रस लवेगा, जिस दिन ਇਹ हथों खुसेगा तैनू दुख बड़ा होवेगा। इदां सोचिया कर, जदों आया सी कल्ला आया सी, तेरा तो अगे ही कुछ नहीं सी। जे कुछ मिलिया है जीवन सुखाला बतीत होवे ते खुदा दा शुक्र कर। जे कुछ खुस गया है तो इउं समझ ला भी तेरा है ही नहीं सी, लैके ही नाल नहीं आया तो तेरा गया भी की है। ये संत दी अवस्था है। वेखो बचन करने सौखे ने, इनू प्राप्त करना औखा है, पर यही सच्चाई है। महाराज कहंदे दुनिया मिटेगी, संसार मिटेगा, परमात्मा रहन वाला है। जो दृष्टि आउंदा है वह मिथ्या है। एक परमात्मा की कीर्ति नाल जाण वाली है, कहंदे उहदे गीत गाया करो, जीवन सफला हो जावे। दीन दुनिया दे मालक गुरु तेग बहादुर साहब कहंदे झूठे जगत नाल प्रेम पा के बैठा है, अकाल पुरख दी तू कीर्ति गाई नहीं, रुचि दुनिया विच लै रहा है जो सदा रहन वाली नहीं है, छुटेगी फिर दुख होवेगा।
अगे फरमान करते ने दीन बंद सिमरियो नहीं कबहू होत जो संग सहाई। दीन कहते ने कुछ दे देना, दीन कहते ने गरीब नूं, दीन कहते ने दरिद्री नूं, दीन कहते ने मजहब नूं धर्म नूं। धर्मियां दा जो बंधु है दीनबंद परमात्मा, गरीबां दा जो बंधु है, जो सहायक है, सज्जन है, मित्र है। इत्थे दीनता तो भाव, दीन तो भाव है मन की गरीबी। जिहड़े हंकार नहीं करते, चरनां विच दीन होके आउंदे ने, उन्हां दा वो बंधु है, उन्हां दा वो प्यारा है, उन्हां दा वो सहायक बनदा है। सो महाराज अकाल पुरख दा नाम दीना बंधु है। गुरु तेग बहादुर साहब कहते दीन बंद सिमरियो नहीं कबहू। दीना ते दया करन वाले परमात्मा नूं तूं कदे भी नहीं सिमरिया, याद नहीं कीता, चेते विच नहीं लिआंदा। होत जो संग सहाई, जेड़ा लोक दे नाल नाल परलोक विच भी तेरा संग निभाउण वाला सी, साथ देण वाला सी, जेड़ा अंतले समय भी तेरे ते किरपा करन वाला सी, सहायक सी, मददगार सी, उन्होंने सिमरिया ही नहीं, याद ही नहीं किया। जिवें बाणी चाहुंदा ना, नाम सहाई सदा संग आगे लए छड़ाए। नाम सदा ही सहायता करन वाला है। जदों सारे साथ छड़ जाते ने, चित आवे उस पार ब्रह्म लगे ना ताती वाओ। परमात्मा एक तुहाडी रखिया करन वाला है। महाराज कहंदे उन्होंने सिमरिया ही ना, उसनूं याद ही ना कीता। मगन रहियो माया मैं निस दिन, छुट्टी ना मन की काई। मगन का मतलब है डुबे रहना, मोहत होए रहना। पातशाह कहंदे अविद्या विच, अज्ञानता विच, माया विच, धन दौलत विच ये डुबिया रहा। माया दे अर्थ आपां कई बार कर चुके हैं, करते हैं, क्योंकि अल्फाज रोज़ ही आउंदा है। माया तो भाव है तुहाडे ते परमात्मा दे दरम्यान वो कोई भी शै जिसने दूरी पैदा कर दी, चाहे परिवार है, पैसा है, जॉब है, तख्तो ताज ने, कुछ भी है। महाराज कहंदे धन दौलत विच, माया दे विच मगन रहा, निस दिन, दिन रात ये मोह माया दे विच डुबिया रहा, निरंतर, नित्य, सदा, कदे भी सुरती चों माया नूं दूर नहीं करदा। अगे लफ्ज़ वरतिया है मन की काई। काई दा भाव पता की है? जदों तुसी सरोवर विच वेखो ते पौड़ियां दे उत्ते हरे रंग दी बूटी जी जम जाती है, जाला, पत्थरां दे उत्ते जाला जम्मिया हुंदा है ना, वो जिहड़ी मैल है उसनूं काई कहा जाता है। इत्थे काई तो भाव है मन दे उत्ते जमी हुई विकारां दी मैल, काम क्रोध लोभ मोह हंकार दी मैल, माया दी मैल। जिवें पत्थर ते काई जमी होवे ते पत्थर दा रूप रंग नज़री नहीं आउंदा, इउं परमात्मा है साडे ही अंदर, पर साडे ते परमात्मा दे दरम्यान विकारां दी काई जमी हुई है, जिस करके वो नज़री नहीं आउंदा। ते विकारां दी काई नूं मिटाउण लई परमात्मा दे नाम दा कूचा फेरना पैंदा है। फिर विकार मिटणगे, अकाल पुरख प्रगट होवेगा। सो महाराज पातशाह बाणी विच कहिंदे ने, एओ जी बहुत ग्रब वासे, मोह मगन मीठ जोन फासे। माया दी काई विच जिहड़ा जीव है वो गर्भ विच ही फसेगा, वो जूना विच ही आवेगा। जे विकार ना मिटे, काई ना मिटी, ते आवागमन नहीं मिटना, दुख नहीं मिटने, जूना नहीं मिटनिया। सो पातशाह कहंदे ने माया विच मगन रहा, माया दी मैल जिहड़ी सी इन्नी क पक गई, काई दी न्याई हुण मन रूपी पत्थर तो वो लथदी नहीं पई। अखीरले बचन ने गुरु तेग बहादुर साहब दे, कह नानक अब नाहे अनत गत,
बिन हर की सरनाई। फिर महाराज उपा की करिए। माण नहीं मिटदा, हंकार नहीं मिटदा, दुरमत नहीं मिटदी, अदमाई साडे अंदर बड़ी है, पाप साडे अंदर बड़े ने, जतन करके भी गल नहीं बन रही। महाराज कहंदे निज बल छड्ड के प्रभ बल दे आसरे हो जा, परमात्मा दे आसरे हो जा। हुण कोई होर रस्ता नहीं रहा, ये बेनती करया कर। अनत भाव हुण होर कोई राह है ही नहीं है, अन्य रस्ता है ही नहीं है, सारे जतन ते फेल हो गए ने। महाराज कहंदे होर रस्ता नहीं रहा। कादा जी? गत दा। गत दा भाव है मुक्ति, गत दा भाव है गमन करना, परमात्मा ताईं पहुँच जाना। सो दीन दुनिया दे मालक कहंदे ने हरि दी शरण तो बिना, जो हरियां भरियां करदा है, जो हरीव धातू तो बनया है, भाव जो साडे रोग हरदा है, सोग हरदा है, परमेश्वर जिहदे बल ते साडे इंद्रे हरे भरे ने, ओदी शरनाई तो बिना, ओदी शरण जाण तो बिना कोई भी रस्ता नहीं है। अहंकार नूं मिटाउण दा, विकारां नूं मिटाउण दा, रोगां सोगां नूं मिटाउण दा। बाणी दा फरमान है सतगुर सेवै है ता गतमित पावै है, हर जियो मन वसाए, सच्ची बाणी स्यों चित लागै, आवन जान रहाए। यही रस्ता है, गुरु दी शरण विच आ जाओ, गुरु दे बख्शे नाम नूं जपो, गीत गाओ, जाकी शरण पया गत पाईऐ। महाराज कहंदे ने सास सास हर नाम ध्याइऐ। गुरु दी शरण आके अकाल पुरख दे गीत गाओ, अकाल पुरख दे गीत गाया, नाम ध्याया, गत प्राप्त हुंदी है, नजात हासिल हुंदी है। जो प्राणी गोबिंद ध्यावै, पढ़िया अणपढ़िया परम गत पावै। जिहड़ा अकाल पुरख दे गीत गावेगा उसनूं ही नजात मिलेगी। कहो नानक तिस गुर बलिहारी, जिस भेटत गत पई हमारी। गुरु तो बलिहारे जाओ, गुरु दी शरण आओ, गुरु दे गीत गाओ। गुरु ही गति बख्शण वाला है, मुक्ति बख्शण वाला है। सतगुर ते गत पत पाई, हर नाम ध्याया, दुख सगल मिटाई। गुरु दे दर ते आया गत भी हुंदी है ते पत इज्जत भी प्राप्त हुंदी है। सो गुरु दी अकाल पुरख दी शरण आउण वाला ही मुक्ति हासिल करदा है। ये गुरु तेग बहादुर साहिब दा पाक फरमान है। भुल चुक दी खिमा जी। वाहिगुरू जी का खालसा, वाहिगुरू जी की फतेह।